ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਪਾਠ 10 ਮਨ ਦੀ ਗੱਲ ਪੜ੍ਹਨ ਵਾਲੀ ਘੋੜੀ। ਸ਼੍ਰੀਮਾਨ JB ਰਹੀਨ ਇੱਕ ਜੀਵ ਵਿਗਿਆਨੀ ਹੈ ਜੋ ਅਸਪਸ਼ਟ ਵਿਸ਼ਿਆਂ ਜਿਵੇਂ ਟੈਲੀਪੈਥੀ, ਆਉਣ ਵਾਲੀਆਂ ਘਟਨਾਵਾਂ ਬਾਰੇ ਦੱਸਣਾ, ਕੰਧਾਂ ਦੇ ਵਿੱਚੋਂ ਦੀ ਦੇਖ ਸਕਣਾ, ਕੇਵਲ ਵਿਚਾਰਾਂ ਨਾਲ ਕਿਸੇ ਚੀਜ਼ ਵਿੱਚ ਗਤੀ ਪੈਦਾ ਕਰ ਦੇਣਾ, ਇਹਨਾਂ ਵਿਸ਼ਿਆਂ ਦੇ ਸੰਬੰਧ ਵਿੱਚ ਆਪਣੀਆਂ ਰਹੱਸਮਈ ਖੋਜਾਂ ਦੇ ਕਾਰਨ ਸੰਸਾਰ ਭਰ ਵਿੱਚ ਪ੍ਰਸਿੱਧ ਹੋਇਆ। ਉਸਨੇ ਆਪਣੀ ਪਤਨੀ ਦੀ ਸਹਾਇਤਾ ਨਾਲ ਇਹਨਾਂ ਵਿਸ਼ਿਆਂ 'ਤੇ ਕੰਮ ਕੀਤਾ। ਡਾਕਟਰ ਰਹੀਨ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚੋਂ ਉਸਨੇ ਟੈਲੀਪੈਥੀ, ਕੰਧਾਂ ਵਿੱਚੋਂ ਦੀ ਵਸਤੂਆਂ ਦੇਖਣਾ ਅਤੇ ਭਵਿੱਖ ਦੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸ ਦੇਣਾ ਆਦਿ ਗੱਲਾਂ ਨੂੰ ਸਿੱਧ ਕੀਤਾ ਹੈ। ਬਹੁਤ ਸਾਰੇ ਖੋਜਾਂ ਨੇ ਡਾਕਟਰ ਰਹੀਨ ਨੂੰ ਸਿੱਧ ਕੀਤਾ ਹੈ ਕਿ ਉਸ ਨੂੰ ਚੈਲੰਜ ਵੀ ਕੀਤਾ ਹੈ। ਗਿਆਨ ਇੰਦਰੀਆਂ ਦੀ ਅਥਾਹ ਸ਼ਕਤੀ ਬਾਰੇ ਲਿਖਦਾ ਹੋਇਆ ਪ੍ਰੋਫੈਸਰ ਜੌਨ ਸਕਾਰ ਨੇ ਕਹਿੰਦਾ ਹੈ ਕਿ ਡਾਕਟਰ ਰਹੀਨ ਦੁਆਰਾ ਪੇਸ਼ ਕੀਤੇ ਸਾਰੇ ਸਬੂਤ ਝੂਠੇ ਹਨ ਅਤੇ ਲਗਾਤਾਰ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਇਹਨਾਂ ਪਿੱਛੇ ਹਮੇਸ਼ਾ ਕੋਈ ਨਾ ਕੋਈ ਚਲਾਕੀ ਫੜੀ ਹੈ। ਉਪਰੋਕਤ ਵਿਸ਼ਿਆਂ ਸੰਬੰਧੀ ਡਾਕਟਰ ਰਹੀਨ ਦੀ ਖੋਜ ਬਿਲਕੁਲ ਝੂਠੀ ਹੈ। ਜੇਕਰ ਡਾਕਟਰ ਰਹੀਨ ਸੱਚਾ ਹੈ ਤਾਂ ਉਹ ਚਮਤਕਾਰੀ ਸ਼ਕਤੀਆਂ ਵਾਲੇ ਕਿਸੇ ਵੀ ਆਦਮੀ ਨੂੰ ਪੇਸ਼ ਕਰਕੇ ਇੰਨਾ ਵੱਡਾ ਇਨਾਮ ਕਿਉਂ ਨਹੀਂ ਜਿੱਤ ਲੈਂਦਾ। ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਕੈਨੇਡੀ ਨੇ ਦੱਸਿਆ ਕਿ ਉਸ ਦੁਆਰਾ ਟੈਲੀਪੈਥੀ ਦੇ ਸੰਬੰਧ ਵਿੱਚ ਕੀਤੇ ਗਏ ਪ੍ਰਯੋਗ ਅਤੇ ਇਸ ਦੀ ਜਾਂਚ ਦੇ ਨਤੀਜੇ ਡਾਕਟਰ ਰਹੀਨ ਦੇ ਨਤੀਜਿਆਂ ਨਾਲ ਬਿਲਕੁਲ ਨਹੀਂ ਮਿਲੇ। ਉਸਨੇ ਦੱਸਿਆ ਕਿ ਜਦੋਂ ਪ੍ਰਯੋਗਸ਼ਾਲਾਵਾਂ ਵਿੱਚ ਤਜਰਬੇ ਦੁਹਰਾਏ ਜਾਂਦੇ ਹਨ ਤਾਂ ਇੱਕੋ ਜਿਹੇ ਨਤੀਜੇ ਹੀ ਨਿਕਲਣੇ ਚਾਹੀਦੇ ਹਨ। ਸਾਡੇ ਪ੍ਰਯੋਗਾਂ ਵਿੱਚ 100 ਵਿਦਿਆਰਥੀਆਂ ਨੇ ਭਾਗ ਲਿਆ, ਪਰੰਤੂ ਸਾਡੇ ਨਤੀਜੇ ਡਾਕਟਰ ਰਹੀਨ ਨਾਲ ਬਿਲਕੁਲ ਹੀ ਨਹੀਂ ਮਿਲੇ। ਇਹ ਗੱਲ ਅਸਲ ਵਿੱਚ ਇਹ ਹੈ ਕਿ ਪ੍ਰੋਫੈਸਰ ਵਿਲੀਅਮ ਮਕਡੂਗਲ, ਜਿਸ ਦਾ ਮਨੋਚਿਕਿਤਸਾ ਦੇ ਖੇਤਰ ਵਿੱਚ 50 ਸਾਲ ਦਾ ਤਜਰਬਾ ਸੀ, ਡਾਕਟਰ ਰਹੀਨ ਦੇ ਲਈ ਹੁਣ ਦੇ ਜਾਂ ਪੁਰਾਣੇ ਪ੍ਰਯੋਗਾਂ ਦੇ ਅੰਕੜੇ ਨਹੀਂ ਦੇ ਸਕਿਆ। ਇਸ ਦੇ ਬਜਾਏ ਉਸਨੇ ਡਾਕਟਰ ਰਹੀਨ ਨੂੰ ਪੁਰਾਣੀਆਂ ਪੜ੍ਹੀਆਂ ਜਾਂ ਸੁਣੀਆਂ ਹੋਈਆਂ ਤੇ ਸੈਂਕੜੇ ਸਾਲ ਪਹਿਲਾਂ ਬੀਤ ਚੁੱਕੀਆਂ ਅਜੀਬ ਕਹਾਣੀਆਂ ਦਾ ਸਹਾਰਾ ਲੈਣ ਲਈ ਛੱਡ ਦਿੱਤਾ। ਰਿਚਮੰਡ ਵਰਜੀਨੀਆ ਵਿਖੇ ਸ਼੍ਰੀਮਤੀ CD ਫੰਡਾ ਨਾਂ ਦੀ ਇੱਕ ਔਰਤ ਸੀ ਜਿਸ ਦੇ ਕੋਲ ਲੇਡੀ ਵੰਟਰ ਨਾਂ ਦੀ ਇੱਕ ਘੋੜੀ ਰੱਖੀ ਹੋਈ ਸੀ। ਉਸ ਘੋੜੀ ਬਾਰੇ ਮਸ਼ਹੂਰ ਸੀ ਕਿ ਉਸ ਵਿੱਚ ਚਮਤਕਾਰੀ ਸ਼ਕਤੀ ਹੈ। ਇੱਕ ਰਸਾਲੇ ਅਸਾਧਾਰਨ ਅਤੇ ਸਮਾਜਿਕ ਮਨੋਵਿਗਿਆਨ ਅਬਨੋਰਮਲ ਐਂਡ ਸੋਸ਼ਲ ਸਾਈਕੋਲੋਜੀ ਦੇ ਭਾਗ 23 ਦੇ ਸਫਾ 449 ਤੋਂ 466 ਤੇ ਇੱਕ ਲਿਖਤ ਛਪੀ ਸੀ ਜਿਸ ਦਾ ਸਿਰਲੇਖ ਸੀ ਮਨ ਦੀ ਗੱਲ ਪੜ੍ਹਨ ਵਾਲੀ ਘੋੜੀ ਦੀ ਜਾਂਚ ਪੜਤਾਲ। ਉਸ ਵਿੱਚ ਲਿਖਿਆ ਸੀ, ਪ੍ਰਯੋਗ ਵਾਲਾ ਜਾਨਵਰ 3 ਸਾਲ ਦੀ ਇੱਕ ਘੋੜੀ ਹੈ ਜਿਸ ਦਾ ਨਾਂ ਲੇਡੀ ਵੰਟਰ ਹੈ ਅਤੇ ਇਸ ਦੀ ਮਾਲਕਣ ਸ਼੍ਰੀਮਤੀ CD ਫੌਂਡਾ ਹੈ ਜੋ ਰਿਚਮੰਡ ਵਰਜੀਨੀਆ ਦੀ ਰਹਿਣ ਵਾਲੀ ਹੈ। ਰਿਪੋਰਟਾਂ ਮੁਤਾਬਕ ਘੋੜੀ ਭਵਿੱਖਬਾਣੀਆਂ ਕਰ ਸਕਦੀ ਸੀ, ਹਿਸਾਬ ਦੇ ਸਵਾਲ ਕੱਢ ਸਕਦੀ ਸੀ ਅਤੇ ਸਵਾਲਾਂ ਦੇ ਜਵਾਬ ਦੇ ਸਕਦੀ ਸੀ। ਪਰ ਸ਼ਰਤੀਆ ਗੱਲ ਪਹਿਲੀ ਇਹ ਸੀ ਕਿ ਪ੍ਰਸ਼ਨ ਪਹਿਲਾਂ ਸ਼੍ਰੀਮਤੀ ਫੌਂਡਾ ਨੂੰ ਦਿਖਾਉਣਾ ਪੈਂਦਾ ਸੀ। ਸ਼੍ਰੀਮਤੀ ਫੌਂਡਾ ਅਨੁਸਾਰ ਘੋੜੀ ਵਿੱਚ ਮਨ ਨੂੰ ਪੜ੍ਹਨ ਦੀ ਸਮਰੱਥਾ ਅਤੇ ਅਸਾਧਾਰਨ ਬੁੱਧੀ ਦੀ ਮਿਲੀ ਜੁਲੀ ਸ਼ਕਤੀ ਸੀ। ਸਾਡੇ ਤਜਰਬੇ ਮਿਤੀ 3 ਦਸੰਬਰ 1927 ਤੋਂ ਸ਼ੁਰੂ ਹੋ ਕੇ 15 ਜਨਵਰੀ 1928 ਨੂੰ ਖਤਮ ਹੋਏ। ਇਸ ਸਮੇਂ ਦੌਰਾਨ ਸਿਰਫ 6 ਦਿਨ ਹੀ ਜਾਂਚ ਪੜਤਾਲ ਕੀਤੀ ਗਈ। ਇਹ ਤਜਰਬੇ ਸ਼੍ਰੀਮਤੀ ਫੌਂਡਾ ਦੇ ਘਰ ਇੱਕ 9x12 ਦੇ ਤੰਬੂ ਵਿੱਚ ਕੀਤੇ ਗਏ। ਪ੍ਰੋਫੈਸਰ ਵਿਲੀਅਮ ਮਕਡੂਗਲ ਉੱਥੇ ਹਾਜ਼ਰ ਸਨ ਅਤੇ ਉਹਨਾਂ ਨੇ ਪ੍ਰਯੋਗਾਂ ਦੇ ਵਿੱਚ 2 ਦਿਨ ਭਾਗ ਲਿਆ। ਸਕੂਲਾਂ ਦੇ ਸਹਾਇਕ ਸੁਪਰਡੈਂਟ ਸ਼੍ਰੀਮਤੀ ਜੌਨ F ਥਾਮਸ ਨੇ ਇੱਕ ਦਿਨ ਇਸ ਵਿੱਚ ਭਾਗ ਲਿਆ। ਇਸ ਤੋਂ ਬਿਨਾਂ ਸ਼੍ਰੀਮਤੀ ਫੌਂਡਾ, ਡਾਕਟਰ B ਰਹੀਨ ਅਤੇ ਡਾਕਟਰ ਲੁਈਜ਼ਾ E ਰਹੀਨ ਵੀ ਸ਼ਾਮਲ ਸਨ। ਡਾਕਟਰ ਰਹੀਨ ਨੇ ਆਪਣੀਆਂ ਸਾਥੀਆਂ ਦੀ ਮਦਦ ਨਾਲ ਲੇਡੀ ਵੰਟਰ ਤੇ ਟੈਲੀਪੈਥੀ ਰਾਹੀਂ 6 ਦਿਨ ਤੱਕ ਪ੍ਰਯੋਗ ਕੀਤੇ। ਸਾਰੇ ਮਸਲੇ ਨੂੰ 1 ਸਾਲ ਵਿਚਾਰਨ ਤੋਂ ਬਾਅਦ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਡਾਕਟਰ ਰਹੀਨ ਨੇ ਜੋ ਕੁਝ ਲਿਖਿਆ ਉਸ ਦਾ ਭਾਵ ਇਹ ਸੀ ਕਿ ਡਿਊਕ ਯੂਨੀਵਰਸਿਟੀ ਦੇ ਮਨੋਵਿਗਿਆਨ ਡਿਪਾਰਟਮੈਂਟ ਦੇ ਵਿਗਿਆਨਕ ਇਸ ਨਤੀਜੇ 'ਤੇ ਪੁੱਜੇ ਹਨ ਕਿ ਸ਼੍ਰੀਮਤੀ ਫੌਂਡਾ ਦੀ ਘੋੜੀ ਵਿੱਚ ਮਨ ਨੂੰ ਗੱਲਾਂ ਪੜ੍ਹਨ ਦੀ ਸ਼ਕਤੀ ਸੀ। ਡਾਕਟਰ ਰਹੀਨ ਦੀ ਕਿਰਪਾ ਨਾਲ ਲੇਡੀ ਵੰਟਰ ਨਾਂ ਦੀ ਇਹ ਘੋੜੀ ਬਿਨਾਂ ਦੌੜਨ ਤੋਂ ਹੀ ਦੁਨੀਆ ਵਿੱਚ ਇੱਕ ਪ੍ਰਸਿੱਧ ਘੋੜੀ ਬਣ ਗਈ ਅਤੇ ਇਸ ਨੇ ਆਪਣੀ ਮਾਲਕਣ ਦੀ ਕਿਸਮਤ ਵੀ ਚਮਕਾ ਦਿੱਤੀ। ਲੇਡੀ ਵੰਟਰ ਦੀ ਇਹ ਅਨੋਖੀ ਕਹਾਣੀ ਲਾਈਫ ਮੈਗਜ਼ੀਨ ਸਮੇਤ ਹੋਰ ਕਿੰਨੇ ਹੀ ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪੀ। ਚੈਲੰਜ ਨਾਂ ਦੇ ਇੱਕ ਰਸਾਲੇ ਦੇ ਜੁਲਾਈ 1956 ਦੇ ਅੰਕ ਵਿੱਚ ਲੇਡੀ ਵੰਟਰ ਦਾ ਇੱਕ ਛੋਟੇ ਲੜਕੇ ਦੀ ਲਾਸ਼ ਨੂੰ ਲੱਭਣ ਵਿੱਚ ਪੁਲਿਸ ਦੀ ਸਹਾਇਤਾ ਕਰਨ ਲਈ ਵੀ ਧੰਨਵਾਦ ਕੀਤਾ ਗਿਆ।
ਇੱਕ ਅੰਦਾਜ਼ੇ ਅਨੁਸਾਰ ਡਾਕਟਰ ਰਹੀਨ ਦੀ ਖੋਜ ਤੋਂ ਬਾਅਦ ਲੇਡੀ ਵੰਡਰ ਕੋਲ 15,000 ਵਿਅਕਤੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਏ। ਲੇਡੀ ਵੰਡਰ ਦੀ ਪ੍ਰਸਿੱਧੀ ਦੀ ਖਬਰ ਜਿਉਂ ਹੀ ਨਿਊ ਜਰਸੀ ਵਿਖੇ ਪ੍ਰੋਫੈਸਰ ਜੌਨ ਸਕਾਰਨੇ ਕੋਲ ਪਹੁੰਚੀ ਤਾਂ ਉਸਨੇ ਖੁਦ ਇਸ ਮਾਮਲੇ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਇੱਕ ਦਿਨ ਦੁਪਹਿਰ ਤੋਂ ਬਾਅਦ ਪ੍ਰੋਫੈਸਰ ਸਕਾਰਨੇ ਆਪਣੇ ਸਾਥੀ ਡੋਨਾਲਡ ਗੋਰੇ ਨੂੰ ਨਾਲ ਲੈ ਕੇ ਸ਼੍ਰੀਮਤੀ ਫੌਂਡਾ ਦੇ ਫਾਰਮ ਵਿਖੇ ਪਹੁੰਚਿਆ। ਉਹਨਾਂ ਨੂੰ ਕੁਝ ਦੇਰ ਤੱਕ ਇੰਤਜ਼ਾਰ ਕਰਨਾ ਪਿਆ ਕਿਉਂਕਿ ਉੱਥੇ ਲੋਕਾਂ ਦੀ ਭੀੜ ਜਮ੍ਹਾਂ ਹੋ ਸੀ ਅਤੇ ਉਹ ਆਪਣਾ ਮਨ ਭੜਵਾਉਣ ਲਈ ਆਏ ਸਨ। ਜਿਉਂ ਹੀ ਭੀੜ ਘਟੀ ਉਹ ਉਸ ਤੰਬੂ ਵਿੱਚ ਦਾਖਲ ਹੋਏ। ਸ਼੍ਰੀਮਤੀ ਫੌਂਡਾ ਅਤੇ ਲੇਡੀ ਵੰਡਰ ਮੌਜੂਦ ਸਨ। ਲੇਡੀ ਵੰਡਰ ਇੱਕ ਮੇਜ਼ ਦੇ ਸਾਹਮਣੇ ਖੜੀ ਸੀ। ਇਸ ਮੇਜ਼ ਉੱਤੇ ਲੱਕੜੀ ਦੇ ਘਣ ਇੱਕ ਕਤਾਰ ਵਿੱਚ ਰੱਖੇ ਹੋਏ ਸਨ ਜਿਨ੍ਹਾਂ ਉੱਪਰ ਅੰਗਰੇਜ਼ੀ ਦੀ ABC ਲਿਖੀ ਹੋਈ ਸੀ। ਸ਼੍ਰੀਮਤੀ ਫੌਂਡਾ ਨੇ ਦੱਸਿਆ ਕਿ ਲੇਡੀ ਵੰਡਰ ਮਨ ਨੂੰ ਪੜ੍ਹਨ ਤੋਂ ਬਾਅਦ ਇਹਨਾਂ ਅੱਖਰਾਂ ਦੁਆਰਾ ਪ੍ਰਸ਼ਨ ਦੇ ਉੱਤਰ ਦਿੰਦੀ ਹੈ। ਉਸਨੇ ਦੱਸਿਆ ਕਿ ਘੋੜੀ ਆਪਣੇ ਨੱਕ ਨਾਲ ਅੱਖਰਾਂ ਨੂੰ ਛੂੰਹਦੀ ਜਾਏਗੀ ਅਤੇ ਇਸ ਤਰ੍ਹਾਂ ਉੱਤਰ ਦੇ ਸਾਰੇ ਸਪੈਲਿੰਗ ਬਣ ਜਾਣਗੇ। ਪ੍ਰੋਫੈਸਰ ਸਕਾਰਨੇ ਨੇ ਕੋਈ ਜਵਾਬ ਨਾ ਦਿੱਤਾ, ਸਗੋਂ ਉਹ ਉਸ ਪੁਲਿਸ ਅਫਸਰ ਵੱਲ ਧਿਆਨ ਦੇਣ ਲੱਗਾ ਜੋ ਲੇਡੀ ਵੰਡਰ ਨੂੰ ਸਵਾਲ ਪੁੱਛ ਰਿਹਾ ਸੀ। ਇਹ ਪੁਲਿਸ ਅਫਸਰ ਸ਼ਿਕਾਗੋ ਤੋਂ ਇੱਕ ਬੈਂਕ ਡਕੈਤੀ ਦੇ ਸੰਬੰਧ ਵਿੱਚ ਕੁਝ ਪੁੱਛ ਲੈਣ ਆਇਆ ਸੀ। ਉਸਨੇ ਘੋੜੀ ਨੂੰ ਪੁੱਛਿਆ, ਲੇਡੀ, ਕੀ ਤੂੰ ਜਾਣਦੀ ਹੈ ਮੈਂ ਕਿਉਂ ਆਇਆ ਹਾਂ? ਲੇਡੀ ਵੰਡਰ ਨੇ ਨੱਕ ਨਾਲ YES ਅੱਖਰ ਛੂਹ ਦਿੱਤੇ। ਪੁਲਿਸ ਅਫਸਰ ਨੇ ਭਾਵੁਕ ਹੋ ਕੇ ਫਿਰ ਪੁੱਛਿਆ, ਲੇਡੀ ਵੰਡਰ, ਮੈਂ ਇਸ ਮਾਮਲੇ ਨੂੰ ਕਿਵੇਂ ਹੱਲ ਕਰਾਂਗਾ? ਲੇਡੀ ਵੰਡਰ ਨੇ ਫਿਰ ਆਪਣੇ ਨੱਕ ਨਾਲ WORK ਅੱਖਰਾਂ ਨੂੰ ਛੂਹ ਦਿੱਤਾ। ਫਿਰ ਪੁਲਿਸ ਅਫਸਰ ਨੇ ਖਿਮਾ ਮੰਗਦੇ ਹੋਏ ਕਿਹਾ, ਲੇਡੀ, ਮੈਨੂੰ ਅਫਸੋਸ ਹੈ ਕਿ ਮੈਂ ਤੈਥੋਂ ਬਹੁਤ ਸਵਾਲ ਪੁੱਛ ਰਿਹਾ ਹਾਂ। ਕਿਰਪਾ ਕਰਕੇ ਦੱਸੋ ਇਸ ਵੇਲੇ ਡਾਕੂ ਕਿੱਥੇ ਹਨ? ਘੋੜੀ ਨੇ ਸ਼ਿਕਾਗੋ ਸ਼ਬਦ ਬਣਾਉਣ ਲਈ ਕਰਮਵਾਰ CHI ਅੱਖਰਾਂ ਨੂੰ ਆਪਣੇ ਨੱਕ ਨਾਲ ਛੂਹ ਦਿੱਤਾ, ਪਰੰਤੂ ਉਹ ਸ਼ਬਦ ਨੂੰ ਪੂਰੇ ਨਾ ਕਰ ਸਕੀ ਕਿਉਂਕਿ ਇਸ ਸ਼ਬਦ ਵਿੱਚ C ਦੀ ਵਰਤੋਂ 2 ਵਾਰ ਹੁੰਦੀ ਸੀ। ਇਸ ਦਾ ਮਤਲਬ ਸੀ ਕਿ ਸ਼੍ਰੀਮਤੀ ਫੌਂਡਾ ਨੂੰ ਇਹ ਸਥਿਤੀ ਸੰਭਾਲਣ ਲਈ ਉੱਥੇ ਆਉਣਾ ਪੈਣਾ ਸੀ, ਪਰ ਉਹ ਆਪਣੀ ਆਦਤ ਅਨੁਸਾਰ ਕਦੇ ਵੀ ਘੋੜੀ ਦੇ ਸਾਹਮਣੇ ਨਹੀਂ ਆਉਂਦੀ ਸੀ। ਪੁਲਿਸ ਅਫਸਰ ਨੇ ਘੋੜੀ ਦਾ ਧੰਨਵਾਦ ਕੀਤਾ ਅਤੇ ਚਲਿਆ ਗਿਆ। ਸ਼੍ਰੀਮਤੀ ਫੌਂਡਾ ਨੇ ਫਿਰ ਪ੍ਰੋਫੈਸਰ ਸਕਾਰਨੋ ਨੂੰ ਸਵਾਲ ਪੁੱਛਣ ਲਈ ਕਿਹਾ। ਸਕਾਰਨੋ ਨੇ ਕਿਹਾ ਕਿ ਉਹ ਕਿਸ ਢੰਗ ਨਾਲ ਪੁੱਛੇ। ਸ਼੍ਰੀਮਤੀ ਫੌਂਡਾ ਨੇ ਕਿਹਾ ਕਿ ਤੁਸੀਂ ਕਹੋ, ਲੇਡੀ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮੈਂ ਇੱਥੇ ਕਿਵੇਂ ਆਇਆ ਹਾਂ? ਸਕਾਰਨੋ ਨੇ ਉਸੇ ਤਰ੍ਹਾਂ ਪੁੱਛਿਆ ਅਤੇ ਲੇਡੀ ਵੰਡਰ ਨੇ ਕਰਮਵਾਰ CAR ਅੱਖਰ ਨੂੰ ਆਪਣੇ ਨੱਕ ਨਾਲ ਛੂਹ ਕੇ ਮੇਰੇ ਸਵਾਲ ਦਾ ਜਵਾਬ ਦਿੱਤਾ। ਇਸ ਤੋਂ ਬਾਅਦ ਪ੍ਰੋਫੈਸਰ ਸਕਾਰ ਨੇ ਸ਼੍ਰੀਮਤੀ ਫੌਂਡਾ ਵੱਲ ਮੁੜਿਆ ਅਤੇ ਬੋਲਿਆ, ਬੜੀ ਅਜੀਬ ਗੱਲ ਹੈ, ਮੇਰੇ ਕੋਲ ਇੱਕ ਸਵਾਲ ਹੈ, ਪਰੰਤੂ ਮੈਂ ਇਹ ਤੁਹਾਨੂੰ ਦੱਸੇ ਬਗੈਰ ਹੀ ਘੋੜੀ ਤੋਂ ਪੁੱਛਣਾ ਚਾਹੁੰਦਾ ਹਾਂ, ਮੈਂ ਕਿਵੇਂ ਕਰਾਂ? ਸ਼੍ਰੀਮਤੀ ਫੌਂਡਾ ਇੱਕਦਮ ਘਬਰਾ ਗਈ ਅਤੇ ਉਸਨੇ ਮੈਨੂੰ ਇੱਕ ਕਾਗਜ਼ ਤੇ ਇੱਕ ਪੈਨਸਲ ਦੇ ਕੇ ਉਸ ਉੱਪਰ ਸਵਾਲ ਲਿਖਣ ਲਈ ਕਿਹਾ। ਪ੍ਰੋਫੈਸਰ ਸਕਾਰਨੋ ਨੇ ਸਵਾਲ ਲਿਖ ਦਿੱਤਾ ਅਤੇ ਸ਼੍ਰੀਮਤੀ ਫੌਂਡਾ ਨੂੰ ਦੇਖਣ ਦਾ ਮੌਕਾ ਨਾ ਦਿੱਤਾ। ਸ਼੍ਰੀਮਤੀ ਫੌਂਡਾ ਨਿਰਾਸ਼ ਹੋ ਗਈ। ਉਸਨੇ ਲੇਡੀ ਵੰਡਰ ਨੂੰ ਮੇਰੇ ਸਵਾਲ ਦਾ ਜਵਾਬ ਦੇਣ ਲਈ ਕਿਹਾ। ਘੋੜੀ ਨੇ ਕੋਈ ਜਵਾਬ ਨਾ ਦਿੱਤਾ। ਕੁਝ ਮਿੰਟ ਉਡੀਕਣ ਤੋਂ ਬਾਅਦ ਪ੍ਰੋਫੈਸਰ ਨੂੰ ਵਿਸ਼ਵਾਸ ਹੋ ਗਿਆ ਕਿ ਘੋੜੀ ਉਨਾ ਚਿਰ ਜਵਾਬ ਨਹੀਂ ਦੇਵੇਗੀ ਜਿੰਨਾ ਚਿਰ ਸ਼੍ਰੀਮਤੀ ਫੌਂਡਾ ਸਵਾਲ ਨਹੀਂ ਦੇਖ ਲੈਂਦੀ। ਇਸ ਲਈ ਉਸਨੇ ਫੈਸਲਾ ਕੀਤਾ ਕਿ ਸ਼੍ਰੀਮਤੀ ਫੌਂਡਾ ਨੂੰ ਅਣਜਾਣੇ ਹੀ ਸਵਾਲ ਦੇਖਣ ਦਾ ਮੌਕਾ ਦਿੱਤਾ ਜਾਵੇ। ਜਿਉਂ ਹੀ ਸਕਾਰ ਨੇ ਆਪਣੀ ਦੋਸਤ ਨਾਲ ਗੱਲ ਕਰਨ ਲਈ ਇੱਧਰ ਮੁੜਿਆ ਤਾਂ ਉਸਨੇ ਕਾਗਜ਼ ਨੂੰ ਸ਼੍ਰੀਮਤੀ ਫੌਂਡਾ ਵੱਲ ਘੁਮਾ ਦਿੱਤਾ ਅਤੇ ਉਸ 'ਤੇ ਲਿਖਿਆ ਸੀ, ਮੈਂ ਕਿੱਥੇ ਰਹਿੰਦਾ ਹਾਂ? ਸ਼੍ਰੀਮਤੀ ਫੌਂਡਾ ਨੇ ਸਵਾਲ ਪੜ੍ਹ ਲਿਆ। ਲੇਡੀ ਵੰਡਰ ਨੇ ਝਟਪਟ ਜਵਾਬ ਦਿੱਤਾ, ਨਿਊਯਾਰਕ। ਸਕਾਰਨੋ ਨੇ ਹੈਰਾਨ ਹੋ ਕੇ ਕਿਹਾ, ਬਹੁਤ ਅਜੀਬ ਗੱਲ ਹੈ, ਲੇਡੀ ਵੰਡਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਨਿਊਯਾਰਕ ਰਹਿੰਦਾ ਹਾਂ? ਅਸਲ ਵਿੱਚ ਸਕਾਰਨੋ ਨਿਊ ਜਰਸੀ ਵਿਖੇ ਰਹਿੰਦਾ ਸੀ। ਉਸਨੇ ਸ਼੍ਰੀਮਤੀ ਫੌਂਡਾ ਨੂੰ $5 ਫੀਸ ਵਜੋਂ ਦੇ ਦਿੱਤੇ ਅਤੇ ਆਪਣੇ ਮਿੱਤਰ ਨਾਲ ਵਾਪਸ ਚੱਲ ਪਿਆ। ਜਦੋਂ ਸਕਾਰਨੋ ਘਰ ਜਾ ਰਿਹਾ ਸੀ ਤਾਂ ਉਹ ਸੋਚਣੋਂ ਨਾ ਰਹਿ ਸਕਿਆ ਕਿ ਕਿਵੇਂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਇੱਕ ਘੋੜੀ ਦੀ ਖੇਡ ਦੁਆਰਾ ਮੂਰਖ ਬਣਾਇਆ ਗਿਆ ਹੈ। ਸਕਾਰਨੋ ਨੇ ਖਿਆਲ ਅਨੁਸਾਰ ਸ਼੍ਰੀਮਤੀ ਫੌਂਡਾ ਅਤੇ ਉਸ ਦੀ ਘੋੜੀ ਵਿੱਚ ਪ੍ਰੋਫੈਸਰ ਨੂੰ ਧੋਖਾ ਦੇਣ ਦਾ ਕੇਵਲ
ਇੱਕੋ ਗੁਣ ਸੀ। ਸਕਾਰਨੋ ਨੇ ਘੋੜੀ ਦੁਆਰਾ ਠੀਕ ਸ਼ਬਦਾਂ ਨੂੰ ਨੱਕ ਨਾਲ ਸੂਹਣ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਕੀਤੀ। ਸ਼੍ਰੀਮਤੀ ਫੌਂਡਾ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਚੁੰਬਕ ਹੁੰਦਾ ਹੈ। ਇਸ ਚੁੰਬਕ ਨੂੰ ਹਿਲਾ ਕੇ ਉਹ ਘੋੜੀ ਨੂੰ ਇਸ਼ਾਰਾ ਕਰਦੀ ਸੀ। ਘੋੜੀ ਦੇ ਨੱਕ ਲਗਾਉਣ ਤੋਂ ਪਹਿਲਾਂ ਮੈਂ ਹਰ ਵਾਰੀ ਸ਼੍ਰੀਮਤੀ ਫੌਂਡਾ ਦਾ ਇਸ਼ਾਰਾ ਵੇਖਿਆ। ਇਸ ਢੰਗ ਨੇ ਮੈਨੂੰ ਵੀ ਉਲਝਣ ਵਿੱਚ ਪਾ ਦਿੱਤਾ। ਜੇਕਰ ਮੈਨੂੰ ਇਸ ਗੱਲ ਦਾ ਨਾ ਪਤਾ ਹੁੰਦਾ ਕਿ ਘੋੜੀ ਦੀਆਂ ਅੱਖਾਂ ਉਭਰੀਆਂ ਹੋਣ ਕਰਕੇ ਉਸ ਪਿੱਛੇ ਵਾਲੀਆਂ ਚੀਜ਼ਾਂ ਦੇਖਣ ਦੀ ਸਮਰੱਥਾ ਹੈ, ਇਸ ਲਈ ਮੈਨੂੰ ਇਸ ਗੱਲ ਦਾ ਪਤਾ ਲਗਾਉਣ ਵਿੱਚ ਕੋਈ ਮੁਸ਼ਕਲ ਨਾ ਆਈ। ਸ਼੍ਰੀਮਤੀ ਫੌਂਡਾ ਘੋੜੀ ਨੂੰ ਇਸ਼ਾਰਾ ਦੇਣ ਲਈ ਉਸ ਦੇ 2 ਫੁੱਟ ਪਿੱਛੇ ਅਤੇ ਸਿਰ ਦੇ 60 ਡਿਗਰੀ ਦੇ ਕੋਣ 'ਤੇ ਖੜੀ ਹੋ ਜਾਂਦੀ ਸੀ। ਪਹਿਲਾ ਇਸ਼ਾਰਾ ਘੋੜੀ ਨੂੰ ਆਪਣਾ ਸਿਰ ਅੱਖਰ ਦੇ ਕੁਝ ਇੰਚ ਕੋਲ ਲਿਆਉਣ ਦਾ ਸੀ ਅਤੇ ਦੂਜਾ ਇਸ਼ਾਰਾ ਅੱਖਰ ਦੇ ਅੱਗੇ ਪਿੱਛੇ ਜਾਣ ਦਾ ਸੀ ਅਤੇ ਤੀਜਾ ਇਸ਼ਾਰਾ ਠੀਕ ਅੱਖਰ ਦੇ ਉੱਪਰ ਨੱਕ ਲਾਉਣ ਦਾ ਸੀ। ਮੈਨੂੰ ਇਸ ਗੱਲ ਤੋਂ ਕੋਈ ਹੈਰਾਨੀ ਨਹੀਂ ਸੀ ਕਿ ਚਲਾਕ ਔਰਤ ਨੇ ਪ੍ਰੋਫੈਸਰ ਵਿਲੀਅਮ ਮਕਡੂਗਲ ਨੂੰ ਬੇਵਕੂਫ ਬਣਾ ਦਿੱਤਾ, ਬਲਕਿ ਮੈਂ ਤਾਂ ਇਸ ਗੱਲੋਂ ਹੈਰਾਨ ਸਾਂ ਕਿ ਇੱਕ ਜੀਵ ਵਿਗਿਆਨ ਦਾ ਪ੍ਰੋਫੈਸਰ ਰਹੀਨ ਘੋੜੀ ਦੀਆਂ ਉਭਰੀਆਂ ਅੱਖਾਂ ਕਰਕੇ ਉਸ ਦੇ ਪਿੱਛੇ ਦੇਖਣ ਦੀ ਸੱਚਾਈ ਨੂੰ ਭੁੱਲ ਗਿਆ। ਜਦੋਂ ਪ੍ਰੋਫੈਸਰ ਸਕਾਰਨੇ ਦੀ ਜਾਂਚ ਦੀ ਰਿਪੋਰਟ ਆਈ ਤਾਂ ਇਸ ਨਾਲ ਲੇਡੀ ਵੰਡਰ ਦੁਆਰਾ ਮਨ ਨੂੰ ਪੜ੍ਹਨ ਦਾ ਵਪਾਰ ਖਤਮ ਹੋ ਗਿਆ। For more contents related to rational thinking, subscribe our Tarkshil TV channel now. For instant updates of new videos, don't forget to press the bell icon.